परम सत्कारयोग साध संगत जी, रसना पवित्र करिए ते आखिए धन सिर साधु प्रताप सिंह जी, धन सिर सतगुरु जगजीत सिंह जी, धन सिर सतगुरु उदय सिंह जी। साध संगत जी, आज की साखी का सिरलेख है बख्शिंद। ये साखी संबंधित है अजीत सिंह जी। हऊँ अपराधी गुनाहगार, हऊँ बेमुख मंदा, चोर जार जुआर हऊँ पर घर जोहंदा। वाह वाह वाह, आखी ना जाए उपमा तेरियां, तेरे कवन कवन गुण कह कह गावां। मेरे साहिब गुणी निधाना, तेरी जेडा परोपकारी। तेरे वर्गा बख्शिंद, तेरे वर्गा गरीब निवाज किते दिस नहीं आंदा। सरदारा, तू भी धन है जिसनों ये अखां मिल गईयां, जिस अंदर लट लट प्रकाश हो गया। सब इसे दियां ही मेहरां हन, नहीं तां मेरे वर्गे पामरां नूं धरती ना चले। अजीत सिंह, इस रहमत दे सागर दी एक बूंद दा स्वाद मैनू भी जरा चखा, ताकि मैं खीवा हो जावां। संत जी, मैं ओही दोजखी कीड़ा हाँ जिहड़ा सतगुर प्रताप सिंह हरन फरन जाके नेत्र फोर नूं खत्म करन लई हैंड ग्रेनेड चुक्की फिरदा सा। दिन रात उसे दा काल करन दे मनसूबे बनदा रहिंदा सा। उसे दी निंदा करनी ते उसे निंदिया दे किले उसारन बिना मेरा कोई काम नहीं सी। मैं की दसां? नहीं भई, जिवें धरती डिग्गा दाना जे मिट्टी नाल दबिया जावे ਤਾਂ ਜੜ ਫਾੜ ਲੈਂਦਾ ਹੈ, ਫਿਰ ਉਸ ਦਾ ਖਿਲਾਰ ਵੱਧ ਜਾਂਦਾ ਹੈ। ਪਰ ਜੇ ਉਹ ਦਾਣਾ ਨੰਗਾ ਰਹੇ ਤਾਂ ਉਹ ਦਾਣਾ ਜਨੌਰ ਚੁੱਕ ਲੈਂਦਾ ਹੈ, ਉਸ ਦਾ ਕੰਮ ਮੁੱਕ ਜਾਂਦਾ ਹੈ, ਉਹ ਵੱਧਦਾ ਫੁੱਲਦਾ ਨਹੀਂ। ਇਸੇ ਤਰ੍ਹਾਂ ਪਾਪ ਨੂੰ ਲੁਕਾਉਣ ਨਾਲ ਪਾਪਾਂ ਦੀਆਂ ਫੌਜਾਂ ਬਣ ਜਾਂਦੀਆਂ ਹਨ, ਪਰ ਪਾਪ ਨੂੰ ਨੰਗਾ ਕਰ ਦਈਏ ਤਾਂ ਉਹ ਪਾਪ ਹੀ ਨਸ਼ਟ ਹੋ ਜਾਂਦਾ ਹੈ। ਮਾਸਟਰ ਜੀ, ਮੇਰਾ ਜਨਮ ਤਾਂ ਨਾਮਧਾਰੀ ਘਰ ਦਾ ਏ ਤੇ ਭਜਨ ਵੀ ਸੰਤ ਫੌਜਾ ਸਿੰਘ ਪਾਸੋਂ ਪ੍ਰਾਪਤ ਹੋਇਆ ਸੀ, ਮਗਰ ਸੰਗਤ ਮਾੜੀ ਮਿਲ ਗਈ। ਮਾਸਟਰ ਜੀ, ਸੱਚ ਜਾਣੋ, ਸੰਗਤ ਹੀ ਤਾਰਦੀ ਏ ਤੇ ਸੰਗਤ ਹੀ ਡੋਬਦੀ ਏ। ਸਿਆਣਿਆਂ ਪਾਸਿਓਂ ਸੁਣਿਆ ਕਿ ਆਕਾਸ਼ੋਂ ਕਣੀ ਡਿੱਗੇ ਤੇ ਉਹ ਕੇਲੇ ਦੀ ਸੰਗਤ ਕਰਕੇ ਕਪੂਰ ਬਣ ਜਾਂਦੀ ਹੈ। ਅੰਬਾਂ ਦੀ ਸੰਗਤ ਕਰ ਰਸਦਾਇਕ ਪਦਾਰਥ ਵਿੱਚ ਬਦਲ ਜਾਂਦੀ ਏ। ਨਿੰਮ ਦੀ ਸੰਗਤ ਨਾਲ ਕੌੜੀ ਬਣ ਖਲੋਂਦੀ ਏ। ਮੇਰੀ ਸੰਗਤ ਉਹਨਾਂ ਪੁਰਸ਼ਾਂ ਨਾਲ ਹੋ ਗਈ ਜਿਨ੍ਹਾਂ ਦਾ ਪੇਸ਼ਾ ਖਾਣਾ ਪੀਣਾ ਤੇ ਮੌਜ ਮੇਲਾ ਮਾਣਨਾ ਸੀ। ਸੰਤਾਂ ਦੀ ਬਖਸ਼ੀ ਨਾਮ ਕਣੀ ਕਿਤੇ ਦੱਬੀ ਗਈ। ਦੇਸ਼ ਦੇ ਵੰਡਾਰੇ ਉਪਰੰਤ ਮੈਂ ਸਿੰਬੋਲੀ ਸ਼ੂਗਰ ਮਿਲ ਵਿੱਚ ਇਲੈਕਟ੍ਰੀਕਲ ਇੰਜੀਨੀਅਰ ਲੱਗ ਗਿਆ। ਤਨਖਾਹ ਚੰਗੀ ਸੀ। ਨੌਕਰੀ ਤੋਂ ਵਿਹਲਿਆਂ ਹੁੰਦਿਆਂ ਹੀ ਹੋਰ ਕੰਮ ਨਹੀਂ ਸੀ। ਫਿਰ ਕੀ ਹੋਇਆ? ਮੇਰੇ ਪਿਤਾ ਰਸਾਲ ਸਿੰਘ ਹੋਰਾਂ ਸੇਠਾਂ ਦੀ ਜ਼ਮੀਨ 'ਤੇ ਆ ਵਸੇਬਾ ਕੀਤਾ। ਸੇਠ ਤ੍ਰਿਲੋਕ ਸਿੰਘ ਹੋਰੀ ਤਾਂ ਸਿਆਮ ਰਹਿੰਦੇ ਸਨ, ਮਗਰੋਂ ਗੁਰਚਰਨ ਸਿੰਘ ਕੰਮਕਾਰ ਚਲਾਉਂਦਾ ਸੀ। ਉਸ ਪਾਸੋਂ ਜ਼ਮੀਨ ਲੈ ਲਈ ਤੇ ਵਾਹੀ ਸ਼ੁਰੂ ਕਰ ਦਿੱਤੀ। ਸਿਆਣੇ ਕਹਿੰਦੇ ਨੇ, ਜਰ ਜੋਰੂ ਤੇ ਜ਼ਮੀਨ ਤਿੰਨੇ ਪੁਆੜੇ ਦੀਆਂ ਜੜ੍ਹਾਂ ਹਨ। ਇਹ ਬਿਲਕੁਲ ਠੀਕ ਹੈ। ਗ੍ਰੰਥ ਪੜ੍ਹੀਏ ਤਾਂ ਪਤਾ ਲੱਗਦਾ ਏ ਕਿ ਇੰਨਾ ਸਦਕਾ ਇਹ ਧਰਤੀ ਲਹੂ ਨਾਲ ਲਾਲੋ ਲਾਲ ਹੋਈ ਪਈ ਏ। ਰਾਵਣ ਦਾ ਯੁੱਧ ਕੈਰੋ ਪਾਂਡਵਾਂ ਦੀਆਂ 18 ਖੂਣੀਆਂ ਲੱਗ ਗਈਆਂ ਤੇ ਇਸੇ ਤਰ੍ਹਾਂ ਯੂਨਾਨ ਯੂਰਪ ਆਦਿ ਦੀਆਂ ਲੜਾਈਆਂ ਦੇ ਵੀ ਇਹੋ ਕਾਰਨ ਹਨ। ਅਸੀਂ ਵੀ ਉਸੇ ਸਹੇ ਤਕਲੇ ਨੂੰ ਜਾ ਹੱਥ ਪਾਇਆ। ਸੇਠਾਂ ਦੀ ਜ਼ਮੀਨ ਦੀ ਗਰਦੌਰੀ ਆਪਣੇ ਨਾਂ ਕਰਵਾ ਲਈ ਤੇ ਲੱਗੇ ਹੱਥ ਪੈਰ ਮਾਰਨ। ਕਦੇ ਕੈਰੋ ਸਾਹਿਬ ਪਾਸ ਚੰਡੀਗੜ੍ਹ, ਕਦੇ ਗਿਆਨੀ ਕਰਤਾਰ ਸਿੰਘ ਦੇ ਬੰਗਲੇ ਦੁਆਲੇ ਲੱਗੇ ਪ੍ਰਕਰਮਾ ਕਰਨ ਤੇ ਗੁਰੂ ਕੀਆਂ ਕੰਡ ਲਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ। ਉਹਨਾਂ ਵੀ ਸਾਡੀ ਪਿੱਠ 'ਤੇ ਹੱਥ ਫੇਰਿਆ। ਬਸ ਫਿਰ ਕੀ ਸੀ, ਅਸੀਂ ਠੂਹੇ ਵਾਂਗੂ ਪੂਛਲਾਂ ਚੁੱਕ ਲੀਆਂ, ਕਿਸੇ ਨੂੰ ਨੱਕ ਹੇਠਾਂ ਨਾ ਲਿਆਈਏ। ਇੱਧਰ ਸਰਦਾਰ ਅਵਤਾਰ ਸਿੰਘ ਗੁਰੂ ਕੀਆਂ ਵੱਲੋਂ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੇ ਸਨ। ਅਸੀਂ ਸੋਚਿਆ ਜਿਉਂਦਿਆਂ ਤਾਂ ਨਹੀਂ ਕਬਜ਼ਾ ਛੱਡਦੇ, ਸਾਡੀਆਂ ਲਾਸ਼ਾਂ ਪਿੱਛੋਂ ਕਬਜ਼ਾ ਹੋ ਜਾਵੇ। ਮੈਨੂੰ ਸੁਨੇਹਾ ਪੁੱਜਾ
ਮੈਂ ਆਪਣੀ ਫੌਜੀ ਮਿੱਤਰ ਨੂੰ ਲੈ ਕੇ ਇੱਥੇ ਪੁੱਜਾ ਅਤੇ ਮਨ ਬਣਾ ਲਿਆ ਅਜਿਹਾ ਕੰਮ ਕਰੋ ਨਾ ਰਹੇ ਬਾਂਸ ਨਾ ਬਜੇ ਬਾਂਸੁਰੀ। ਮਹਾਰਾਜਾ ਪ੍ਰਤਾਪ ਸਿੰਘ ਨੂੰ ਚੁੱਕ ਦਿਓ, ਫਿਰ ਸਭ ਸ਼ਾਂਤੀ ਹੋ ਜਾਵੇਗੀ। ਇਹ 1958 ਦੀ ਗੱਲ ਏ। ਹਾਏ ਏਡਾ ਵੱਡਾ ਪਾਪ, ਕਿੰਨੇ ਘਟੀਆ ਵਿਚਾਰ, ਕਿੰਨਾ ਨੀਚ ਕਰਮ। ਤ੍ਰਿਗ ਸਾਡੇ ਜਨਮ 'ਤੇ ਅਸੀਂ ਫਿੱਟਿਆ ਹੋਇਆ ਉਸ ਸਤਿਗੁਰੂ ਜਿਸ ਨੇ ਪੰਜਾਬ ਦੇ ਬਟਵਾਰਾ ਹੋਣ ਤੋਂ ਪਹਿਲਾਂ ਖਬਰਦਾਰ ਕਰ ਦਿੱਤਾ, ਜਿਸ ਨੇ ਹਜ਼ਾਰਾਂ ਦੇਵੀਆਂ ਦੀ ਇੱਜ਼ਤ ਲੁੱਟਣੋਂ ਬਚਾਇਆ, ਜਿਸ ਨੇ ਮਾਸੂਮਾਂ ਨੂੰ ਦਰਿੰਦਿਆਂ ਦੀਆਂ ਛੁਰੀਆਂ ਹੇਠੋਂ ਕੱਢਣ ਵਾਸਤੇ ਦਿਨ ਰਾਤ ਇੱਕ ਕਰਤਾ, ਜਿਸ ਮਹਾਰਾਜ ਨੇ ਬੁੱਢਿਆਂ ਤੇ ਬੁੱਢੀਆਂ ਦੀਆਂ ਹੱਡੀਆਂ ਰੁਲਣੋਂ ਬਚਾਉਣ ਹਿੱਤ ਆਪ ਕਈ ਦਿਨ ਆਰਾਮ ਨਹੀਂ ਕੀਤਾ, ਉਜੜੇ ਲੋਕਾਂ ਨੂੰ ਵਸਾਉਣ ਖਾਤਰ ਆਪਣੇ ਸਾਹਿਬਜ਼ਾਦਿਆਂ ਨੂੰ ਚੈਨ ਨਹੀਂ ਲੈਣ ਦਿੱਤਾ, ਜਿਸ ਸਤਿਗੁਰੂ ਗਰੀਬਾਂ, ਨਿਆਸਰਿਆਂ, ਥੂੜਿਆਂ ਤੇ ਦਰ ਦੇ ਧੱਕੇ ਖਾਣ ਵਾਲਿਆਂ, ਰਾਮਦਾਸੀਆਂ, ਮਜ਼੍ਹਬੀਆਂ, ਕੁਮਾਰਾਂ, ਤਰਖਾਣਾਂ ਤੇ ਵਾਹਕਾਂ ਨੂੰ ਜ਼ਮੀਨ ਦੇ ਕੇ ਤਖ਼ਤ 'ਤੇ ਬਿਠਾਇਆ, ਉਸ ਨੂੰ ਸਦਾ ਦੀ ਨਿੰਦਰੇ ਸੁਲਾਉਣ ਲਈ ਗੋਂਦਾਂ ਗੰਦੀਆਂ, ਲਾਹਨਤ 100 ਵਾਰ ਫਿਟਕਾਰਾਂ ਮੇਰੇ ਜੰਮਣ ਨੂੰ। ਮੇਰੇ ਤੇ ਜਵਾਨੀ ਦਾ ਭੂਤ ਸਵਾਰ ਸੀ, ਹਕੂਮਤ ਦੀ ਸ਼ਹਿ ਸੀ। ਮੈਂ ਫੌਜੀ ਮਿੱਤਰ ਨੂੰ ਨਾਲ ਲਿਆ ਤੇ ਕੋਠੀ ਦੇ ਲਾਗੇ ਨਹਿਰ ਦੇ ਪੁੱਲ ਕੋਲ ਇੱਕ ਵਣ ਦਾ ਆਸਰਾ ਲੈ ਸਰੂਟਾਂ ਪਿੱਛੇ ਛਹਿ ਲਾ ਕੇ ਬਹਿ ਗਏ। ਸਾਡੇ ਇੱਕ ਸੂਹੀਏ ਨੇ ਇਹ ਦੱਸ ਦਿੱਤਾ ਕਿ ਅੱਜ ਰਾਤ ਸਤਿਗੁਰਾਂ ਬਾਹਰੋਂ ਆਉਣਾ ਹੈ। ਮੇਰੇ ਹੱਥ ਰਾਈਫਲ ਤੇ ਸਾਥੀ ਦੇ ਕੋਲ ਹੈਂਡ ਗ੍ਰੇਨੇਡ ਸੀ। ਮਨ ਵਿੱਚ ਪੱਕੀ ਤਰ੍ਹਾਂ ਧਾਰਿਆ ਸੀ ਕਿ ਅੱਜ ਇਹ ਕੰਡਾ ਕੱਢ ਹੀ ਦੇਣਾ ਹੈ। ਓਨੀ ਦਿਨੀ ਮੋਟਰ ਨਹਿਰ ਆਉਂਦੀ ਸੀ। ਸਾਨੂੰ ਮੋਟਰ ਦੀਆਂ ਬੱਤੀਆਂ ਦਿਸ ਪਈਆਂ। ਅਸੀਂ ਦੋਵਾਂ ਪੋਜੀਸ਼ਨਾਂ ਸੰਭਾਲੀਆਂ, ਪੂਰੇ ਤਿਆਰ ਸਾਂ। ਬੰਦਾ ਏ ਤੇ ਸਤਿਗੁਰੂ। ਬਗਦਾਦ ਦੇ ਪੀਰਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਗਸਾਰ ਕਰਨ ਵਾਸਤੇ ਫਤਵਾ ਦਿੱਤਾ, ਪਰ ਭੋਲਿਆਂ ਦੇ ਹੱਥ ਪਿਛਾਂ ਦੇ ਪਿਜਾਹ ਖਿੱਚੇ ਗਏ। ਸੈਦ ਖਾਂ ਪਠਾਨ ਔਰੰਗਜ਼ੇਬ ਦੀ ਕਚਹਿਰੀ ਵਿੱਚ ਪਾਨ ਦਾ ਬੀੜਾ ਖਾ ਕਸਮ ਕੁਰਾਨ ਦੀ ਚੁੱਕ ਗੁਰੂ ਗੋਬਿੰਦ ਸਿੰਘ ਦਾ ਸ਼ੀਸ਼ ਲਾਉਣ ਵਾਸਤੇ ਫੁੰਕਾਰੇ ਮਾਰਦਾ ਅਨੰਦਪੁਰ ਸਾਹਿਬ ਵੱਲ ਵੱਧ ਰਿਹਾ ਸੀ, ਪਰ ਆਉਂਦਿਆਂ ਹੀ ਖੋਇਆ ਗਿਆ। ਫਿਰ ਪਤਾ ਨਹੀਂ ਕਿਹੜੀ ਗੁਫਾ ਵਿੱਚ ਜਾ ਕੇ ਗੋਸ਼ਾ ਨਸ਼ੀਨ ਹੋ ਬਾਕੀ ਦੇ ਦਿਨ ਇਬਾਦਤ ਕਰਦਿਆਂ ਗੁਜ਼ਾਰੇ। ਅਸੀਂ ਨਿਸ਼ਾਨੇ ਕੱਸੀ ਖੜੇ ਹੋਏ ਸਾਂ। ਮੋਟਰ ਆਈ ਅਤੇ ਕੋਲੋਂ ਦੀ ਲੰਘ ਗਈ। ਅਜੇ ਤੱਕ ਸਮਝ ਨਹੀਂ ਆ ਰਹੀ ਹੱਥ ਕਿਵੇਂ ਰੁਕ ਗਏ, ਅੱਖਾਂ ਨੂੰ ਕਿਵੇਂ ਦਿਸਣਾ ਬੰਦ ਹੋ ਗਿਆ। ਮੋਟਰ ਉਸ ਵੇਲੇ ਨਜ਼ਰੀ ਆਈ ਜਦ ਸਾਡੀ ਜਦ ਵਿੱਚੋਂ ਨਿਕਲ ਪੁੱਲ ਪਾਰ ਕਰ ਗਈ। ਹੈਰਾਨ ਪਰੇਸ਼ਾਨ ਮੁੜਕਾ ਸਰੀਰ ਕੰਬਣ ਲੱਗ ਪਿਆ। ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਮਰਨ ਨੂੰ ਧਰਤੀ ਵੇਲ ਨਾ ਦੇ, ਹੱਥ ਮਲਦੇ ਡੇਰੇ ਜਾ ਸੁੱਤੇ। ਕੁਝ ਦਿਨ ਬੀਤੇ ਸਨ ਕਿ ਘਰ ਵਿੱਚ ਬਾਬਾ ਚੁੰਝ ਵਾਲਾ ਬੰਤਾ ਸਿੰਘ, ਜਿਨ੍ਹਾਂ ਗੁਰੂ ਘਰ ਦੀ 40 ਵਰ੍ਹੇ ਗੱਡੀਆਂ ਦੀ ਸੇਵਾ ਕੀਤੀ ਸੀ, ਉਹ ਆਏ ਹੋਏ ਹਨ। ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਕਰੀਵਾਲੀ ਗਏ ਹੋਏ ਹਨ ਅਤੇ ਹੁਣੇ ਉਹਨਾਂ ਨੇ ਮੁੜਨਾ ਹੈ। ਉਹ ਦਰਸ਼ਨਾਂ ਵਾਸਤੇ ਗਿਆ। ਪੁੱਲ ਤੇ ਇਕੱਠ ਜੁੜਿਆ ਖੜਾ ਸੀ। ਇਹ ਇੱਕ ਪਾਸੇ ਹੋ ਕੇ ਕਹਿ ਗਿਆ, ਉਸ ਦਿਨ ਮੈਂ ਟੀਬੀਓਂ ਪੈਂਟ ਕੱਸੀ, ਰਾਈਫਲ ਮੋਢੇ ਤੇ ਪਾਈ ਤੇ ਆ ਨਿਕਲਿਆ। ਪਹਿਲਾਂ ਹਰੀਪੁਰੇ ਦਾ ਲਾਲ ਸਿੰਘ ਮਿਲਿਆ। ਇਹ ਮੇਰਾ ਮਿੱਤਰ ਸੀ। ਮੈਂ ਪੁੱਛਿਆ, ਰਸਾਲਦਾਰ ਦਾ ਕੀ ਹਾਲ ਏ? ਉਸ ਨੇ ਕਿਹਾ ਕਿ ਪੁੱਛਣਾ। ਇਹ ਸਾਰੇ ਉਸ ਦਾ ਆਲ੍ਹਣਾ ਢਾਉਣ ਤੋਂ ਬਚਾਉਣ ਲਈ ਇਕੱਠੇ ਹੋਏ ਸਨ। ਇਤਨੇ ਨੂੰ ਬਾਬੇ ਦੇ ਵੀ ਦਰਸ਼ਨ ਹੋ ਗਏ। ਉਸ ਕਿਹਾ, ਅਜੀਤ ਸਿੰਘਾਂ, ਅਜੇ ਸਮਾਂ ਹੈ ਹੀ, ਸਮਝ ਜਾ, ਬਥੇਰੀ ਖੇ ਖਾ ਲਈ ਜੇ। ਸਤਿਗੁਰੂ ਨੂੰ ਸਤਿਗੁਰੂ ਜਾਣ ਲਓ। ਉਸ ਨੂੰ ਜ਼ਮੀਨਾਂ ਦੀ ਭੁੱਖ ਨਹੀਂ ਕੋਈ ਵੀ। ਉਹ ਆਕਾਸ਼ਾਂ ਪਤਾਲਾਂ ਦਾ ਮਾਲਕ ਏ। ਇਹ ਤਾਂ ਸਾਰੀ ਉਸ ਦੀ ਖੇਡ ਏ। ਚਰਨੀ ਲੱਗ ਜਾਓ, ਭਲਾ ਇਸੇ ਵਿੱਚ ਹੀ ਏ। ਇਤਨੇ ਨੂੰ ਕਰੀ ਵਾਲੇ ਕਾਰ ਮੁੜੀ। ਗਰੀਬ ਨਿਵਾਜ ਖੜਿਆਂ ਨੂੰ ਵੇਖ ਕੇ ਰੁਕ ਗਏ। ਸੰਗਤਾਂ ਨੇ ਚਰਨਾਂ 'ਤੇ ਨਮਸਕਾਰਾਂ ਕੀਤੀਆਂ। ਚੁੰਝ ਵਾਲੇ ਵੀ ਅੱਗੇ ਹੋ ਮੱਥਾ ਟੇਕਿਆ। ਸਤਿਗੁਰੂ ਬਾਬੇ ਨੂੰ ਪੁੱਛਿਆ, ਚੁੰਝ ਵਾਲਿਆ, ਤੂੰ ਇੱਥੇ ਕਿਵੇਂ? ਮੈਂ ਵੀ ਦਰਸ਼ਨ ਕਰਨ ਆ ਗਿਆ ਹਾਂ। ਪਤਾ ਲੱਗਾ ਸੀ ਤੁਸੀਂ ਅੱਗੇ ਗਏ ਹੋਏ ਹੋ, ਪਰ ਸੱਚੇ ਪਾਤਸ਼ਾਹ ਸਿੱਖਾਂ 'ਤੇ ਕਿਰਪਾ ਕਰੋ।
ਇਹ ਮਿੱਟੀ ਦੀ ਮੁੱਠ ਪਿੱਛੇ ਪਿਛਾਂ ਹਟ ਰਹੇ ਹਨ। ਸਤਿਗੁਰੂ ਜੀ ਬਚਨ ਕੀਤਾ, ਬਾਬਾ ਤੂੰ ਰਸਾਲਦਾਰ ਨੂੰ ਕਹੋ ਸ਼ਰਾਬ ਪੀਣੀ ਛੱਡ ਦੇ, ਜ਼ਮੀਨ ਉਸ ਪਾਸੋਂ ਕੋਈ ਨਹੀਂ ਛੁਡਾਉਂਦਾ। ਬਸ ਵਾਰ ਹੋ ਗਿਆ, ਜ਼ਮੀਨ ਕੋਈ ਨਹੀਂ ਛੁਡਾਉਂਦਾ। ਸਤਿਗੁਰੂ ਜੀ ਇਹ ਕਹਿ ਸ਼੍ਰੀ ਜੀਵਨ ਨਗਰ ਆ ਗਏ। ਅਸੀਂ ਵੀ ਘਰ ਹੀ ਆ ਬੈਠੇ। ਬਾਬਾ ਜ਼ੋਰ ਦੇਵੇ ਬਖਸ਼ਬੰਦੀ ਕਰਵਾਓ, ਅਸੀਂ ਬਖਸ਼ਬੰਦੀ ਨਾ ਕਰਵਾਈ। ਝਗੜਾ ਚੱਲਦਾ ਰਿਹਾ ਅਤੇ ਮੈਂ ਨੌਕਰੀ 'ਤੇ ਚਲਾ ਗਿਆ। ਮੈਂ 1965 ਵਿੱਚ ਮਿੱਲ ਦੀ ਨੌਕਰੀ ਛੱਡ ਦਿੱਤੀ ਅਤੇ ਕਹਿਰ ਵਾਲੇ 12 ਕਿੱਲੇ ਜ਼ਮੀਨ ਖਰੀਦ ਲਈ। ਪਰ ਮਾਸਟਰ ਜੀ ਤਕਦੀਰ ਦਾ ਚੱਕਰ ਚੱਲਦਾ ਤਾਂ ਹੌਲੀ ਹੌਲੀ ਏ, ਮਗਰ ਖਾਲੀ ਨਹੀਂ ਜਾਂਦਾ। ਹੈਂਕੜ ਨੇ ਧੌਣ ਵਿੱਚ ਕਿੱਲਾ ਠੋਕੀ ਰੱਖਿਆ। ਸ਼ਰਾਬ ਪੀਣੀ ਤੇ ਨਿੰਦਿਆ ਭਖਣੀ ਤੇ ਹੋਰ ਊਲ ਜਲੂਲ ਵਾਧੂ ਦਾ। ਪਰ ਬਾਬਾ ਕਹਿੰਦਾ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਦਾ ਸਿਰ ਸਦਾ ਨੀਵਾਂ ਹੁੰਦਾ ਹੈ। ਸ਼ਰਾਬ ਵੀ ਪੀਣੀ ਤੇ ਨਿੰਦਿਆ ਵੀ ਭਖਣੀ ਤੇ ਹੋਰ ਊਲ ਜਲੂਲ ਵਾਧੂ ਦਾ। ਪਰ ਇੱਕ ਦਿਨ ਹਿਸਾਬ ਦਾ ਦਿਨ ਆ ਹੀ ਗਿਆ। ਸਤਿਗੁਰੂ ਕੋਲ ਕਈ ਰਾਹ ਹੁੰਦੇ ਹਨ। ਅਪ੍ਰੈਲ ਮਈ ਦੇ ਦਿਨ ਹੋਣਗੇ। ਖੂਹ ਵਿੱਚੋਂ ਪੱਖਾ ਕੱਢ ਰਹੇ ਸਾਂ। ਇੰਜਣ ਨੂੰ ਰੱਸਾ ਪਾਇਆ ਹੋਇਆ ਸੀ। ਦੂਜਾ ਸੀਰਾ ਮੇਰੇ ਲੱਕ ਦੁਆਲੇ ਸੀ। ਹੋਣੀ ਕੀ ਕੀਤਾ, ਪੱਖਾ ਠਾਹ ਕਰਦਾ ਖੂਹ ਵਿੱਚ ਜਾ ਪਿਆ। ਜ਼ਹਿਰ ਬੀਜਿਆ ਸੀ, ਉਸ ਦਾ ਅੰਗੂਰ ਫੁੱਟਿਆ। ਮੇਰੇ ਲੱਕ ਨੂੰ ਖਿੱਚ ਪਈ, ਸੰਗਲੀ ਟੁੱਟ ਗਈ। ਲੱਗੇ ਭੱਜ ਦੌੜ ਕਰਨ। 2 ਸਾਲ ਹਸਪਤਾਲਾਂ ਦੀ ਖੇਚ ਛਾਣੀ, ਕਿਤੋਂ ਖੈਰ ਨਾ ਪਿਆ। ਆਦਿ ਗ੍ਰੰਥ ਸਾਹਿਬ ਦੀ ਬਾਣੀ ਦਾ ਫੁਰਮਾਨ ਹੈ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਵੇ ਰਾਸ ਜੇ ਵਿੱਚ ਖਲੋਆ। ਪਰ ਮੈਂ ਤਾਂ ਵਿੱਚ ਖਲੋਣ ਵਾਲੇ ਦੀ ਦਿਨ ਰਾਤ ਜਪਜੀ ਦੇ ਪਾਠ ਵਾਂਗੂ ਨਿੰਦਿਆ ਕਰਦਾ ਰਿਹਾ ਸਾਂ। ਵਿੱਚ ਕਿਵੇਂ ਖਲੋਂਦਾ? ਖੱਜਲ ਖੁਆਰੀ ਤੇ ਪੈਸੇ ਦੀ ਬਰਬਾਦੀ। ਪਰਿਵਾਰ ਸਾਰਾ ਚਿੰਤਾ ਦੇ ਖੂਹ ਵਿੱਚ ਹੌਲੀ ਹੌਲੀ ਹੇਠਲਾ ਹਿੱਸਾ ਮੇਰਾ ਮਾਰਿਆ ਗਿਆ। ਇੱਕ ਰਾਤ ਪਿਸ਼ਾਬ ਕਰਨ ਉੱਠਿਆ, ਲੱਤਾਂ ਜਵਾਬ ਦੇ ਗਈਆਂ, ਪੈਰ ਥਿੜਕ ਗਿਆ, ਧੜਾਮ ਕਰਕੇ ਡਿੱਗਾ, ਚੀਕਾਂ ਨਿਕਲ ਗਈਆਂ। ਪਰ ਮਾਸਟਰ ਜੀ, ਮਾਂ ਹੀ ਹੁੰਦੀ ਏ। ਮਾਂ ਦੀ ਮਮਤਾ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਮਾਂ ਬੁੱਢੇ ਹੋਏ ਬੱਚੇ ਦੀਆਂ ਵੀ ਸੁਖਣਾ ਸੁਖਦੀ ਰਹਿੰਦੀ ਏ ਕਿ ਮੇਰੇ ਪੁੱਤਰ ਨੂੰ ਤੱਤੀ ਵਾਹ ਨਾ ਲੱਗੇ। ਬੱਚਾ ਨਿੱਕਾ ਹੁੰਦਾ ਸਰਦੀਆਂ ਦੇ ਦਿਨੀ ਬਿਸਤਰੇ 'ਤੇ ਪਿਸ਼ਾਬ ਕਰ ਦਿੰਦਾ ਹੈ। ਮਾਂ ਆਪ ਪਿਸ਼ਾਬ ਵਾਲੇ ਗਿੱਲੇ ਥਾਂ 'ਤੇ ਲੇਟਦੀ ਏ, ਬੱਚੇ ਨੂੰ ਸੁੱਕੇ ਥਾਂ ਸੁਆਉਂਦੀ ਏ। ਪੁੱਤਰ ਢਿੱਲਾ ਹੋ ਜਾਵੇ 100 ਪਾਪੜ ਵੇਲਦੀ ਏ। ਆਪ ਸੁੱਕੀ ਰੋਟੀ ਖਾ ਲਵੇ ਪਰ ਪੁੱਤਰ ਨੂੰ ਝੋਂਗੇ ਕੱਢ ਕੇ, ਦੂਜਿਆਂ ਦੀ ਨਜ਼ਰ ਤੋਂ ਬਚਾ ਕੇ ਮੱਖਣ ਲਾ ਕੇ ਖਵਾਉਂਦੀ ਏ। ਪੁੱਤਰ ਪਰਦੇਸ਼ ਗਿਆ ਹੋਵੇ, ਘਰ ਬੈਠਿਆਂ ਉਸਦੀ ਸੁੱਖ ਸਾਂਦ ਵਾਸਤੇ ਅਰਦਾਸੇ ਕਰਦੀ ਏ। ਮਾਂ ਪ੍ਰੀਤਮ ਕੌਰ ਪਾਸੋਂ ਮੇਰਾ ਦੁੱਖ ਝੱਲਿਆ ਨਾ ਗਿਆ। ਕੋਲ ਬਹਿ ਕੇ ਆਖਿਆ, ਪੁੱਤਰ ਵੇਖ, ਇਹ ਦੁੱਖ ਬੇਮੁਖਤਾ ਕਾਰਨ ਹਨ। ਛੱਡ ਦੇ ਸਿਆਣਪਾਂ, ਲੱਗ ਜਾ ਚਰਨੀ, ਅੰਦਰੋਂ ਬਾਹਰੋਂ ਇੱਕੋ ਹੋ, ਫਿਰ ਰੋਗ ਨਹੀਂ ਰਹੇਗਾ। ਮਾਂ ਦੀ ਪ੍ਰੇਰਨਾ ਨਾਲ ਮੇਰੇ ਅਥਰੂ ਵਹਿ ਤੁਰੇ। ਅੰਦਰੋਂ ਬਖਸ਼ਬੰਦੀ ਵਾਸਤੇ ਅਰਦਾਸ ਕੀਤੀ, ਹੇ ਤਖਤ ਚੰਵਰ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਜੀ, ਮੈਂ ਬੜਾ ਵੱਡਾ ਗੁਨਾਹੀ ਹਾਂ। ਮੈਂ ਪਾਪੀ, ਵਾਹ ਕੋਈ ਨਹੀਂ, ਬਖਸ਼ਿਸ਼ ਕਰ। ਜਾਂ ਜਾਨ ਲੈ ਜਾਂ ਨਰਕ ਵਿੱਚੋਂ ਕੱਢ, ਵਾਹ ਕੋਈ ਨਹੀਂ। ਸਤਿਗੁਰੂ ਵਿੱਚ ਇਹੋ ਵਾਧਾ ਏ ਕਿ ਉਹ ਸਿੱਖ ਦੇ ਕੁਕਰਮਾਂ ਨੂੰ ਨਜ਼ਰੋਂ ਇੱਕ ਪਾਸੇ ਕਰ ਇਉਂ ਆਪਣੇ ਵੱਲ ਖਿੱਚਦਾ ਏ ਜਿਵੇਂ ਚੁੰਬਕ ਪੱਥਰ। ਉਹ ਸਿੱਖ ਦੇ ਔਗੜਾਂ ਨੂੰ ਨਹੀਂ ਚਿਤਾਰਦਾ। ਭਾਈ ਗੁਰਦਾਸ ਜੀ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਜੀਵਨ ਬਿਰਤਾਂਤ ਵਿੱਚੋਂ ਇੱਕ ਝਾਕੀ ਨੂੰ ਇਉਂ ਲਿਖਿਆ ਹੈ, ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਵਾਂਗੂ ਤਾਰੇ। ਪੂਤਨਾ ਪਾਪਣ ਸੀ, ਜਿਸ ਤੋਂ ਨਰਕ ਵੀ ਡਰਦਾ ਸੀ, ਪਰ ਭਗਵਾਨ ਨੇ ਉਸ ਨੂੰ ਵੀ ਮਾਂ ਦੇ ਬਰਾਬਰ ਕਰ ਉਸ ਦਾ ਪਾਰ ਉਤਾਰਾ ਕਰ ਦਿੱਤਾ। ਮੈਂ ਇਹਨਾਂ ਵਹਿਣਾਂ ਵਿੱਚ ਲੀਲੜੀਆਂ ਕੱਢਦਿਆਂ 5 ਗੋਲੀਆਂ ਸਲੀਪਿੰਗ ਪਿਲਸ ਦੀਆਂ ਨਿਗਲ ਗਿਆ। ਨਸ਼ੇ ਵਿੱਚ ਮੰਜੇ 'ਤੇ ਲੇਟ ਗਿਆ। ਵਾਹ ਗੁਰੂ ਵਾਹ, ਕੋਈ 2:30 ਵਜੇ ਦਾ ਸਮਾਂ ਹੋਏਗਾ ਕਿ ਆ ਦਰਸ਼ਨ ਦਿੱਤੇ। ਇਹ ਭਾਗਾਂ ਭਰਿਆ ਸੁਪਨਾ ਸੀ ਜਿਸ ਵਿੱਚ ਮੇਰਾ ਦੇ ਸਾਈਂ ਨੇ ਦਰਸ਼ਨ ਦੇ ਕੇ ਮੇਰਾ ਕੋੜ ਦੂਰ ਕਰ ਦਿੱਤਾ। ਸਤਿਗੁਰੂ ਜਗਜੀਤ ਸਿੰਘ ਜੀ ਹੱਸਦੇ ਹੱਸਦੇ ਆਏ।
ਬਾਬਾ ਚੁੰਝ ਵਾਲਾ, ਮੇਰੀ ਮਾਤਾ, ਬਾਪੂ ਕਿਸ਼ਨ ਸਿੰਘ ਤੇ ਬਾਕੀ ਪਰਿਵਾਰ ਅੱਗੇ ਵਧੇ ਤੇ ਚਰਨਾਂ 'ਤੇ ਸ਼ੀਸ਼ ਰੱਖ ਨਮਸਕਾਰ ਕੀਤੀ। ਮੈਂ ਮੰਜੇ 'ਤੇ ਪਿਆ ਪਿਆ ਅੱਥਰੂ ਕੇਰੀ ਜਾਵਾਂ ਤੇ ਬਿੱਤਰ ਬਿੱਤਰ ਤੱਕੀ ਜਾਵਾਂ। ਕਿਰਪਾ ਸਾਗਰ ਅੱਗੇ ਵਧੇ ਤੇ ਮੇਰੇ ਮੱਥੇ 'ਤੇ ਚਰਨ ਰੱਖਿਆ ਤੇ ਵਚਨ ਕੀਤਾ, ਅਜੀਤ ਸਿੰਘ, ਤੂੰ ਹਰਮੀਤ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਜਾ, ਹੋਰ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਲੋੜ ਨਹੀਂ। ਸਤਿਗੁਰ ਪ੍ਰਤਾਪ ਸਿੰਘ ਜੀ ਦਾ ਆਸਰਾ ਲੈ, ਉਹ ਤੇਰਾ ਰੋਗ ਦੂਰ ਕਰ ਦੇਣਗੇ। ਸੱਚੇ ਪਾਤਸ਼ਾਹ ਇਹ ਕਹਿ ਅਲੋਪ ਹੋ ਗਏ। ਸਵੇਰੇ ਅੱਖ ਖੁੱਲ੍ਹੀ ਤੇ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਤਾਂ ਪਹਿਲਾਂ ਹੀ ਬਣਿਆ ਪਿਆ ਸੀ। ਗੱਡੀ ਵੀ ਆਈ ਖੜੀ ਸੀ, ਪਰ ਹੁਣ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ ਹੇਠਾਂ ਰੱਖਦਿਆਂ ਕਾਕੇ ਨੂੰ ਨਾਲ ਲਿਆ ਤੇ ਬੱਸ ਉੱਤੇ ਬੈਠ ਅੰਮ੍ਰਿਤਸਰ ਵੱਲ ਰਵਾਨਾ ਹੋਇਆ। ਹਸਪਤਾਲ ਪੁੱਜਦਿਆਂ ਦੇਰ ਹੋ ਗਈ। ਡਾਕਟਰ ਕਰਮ ਸਿੰਘ ਨੇ ਉਡੀਕ ਮੇਰੇ ਚੌਥੇ ਨੰਬਰ ਤੇ ਇੱਕ ਲੜਕੀ ਦਾ ਆਪਰੇਸ਼ਨ ਕਰ ਦਿੱਤਾ। ਉਹ ਵਿਚਾਰੀ ਤਾਂ ਸਵਾਸ ਪੂਰੇ ਕਰ ਗਈ। ਡਾਕਟਰ ਸਾਹਿਬ ਨੇ ਕਿਹਾ, ਅਜੀਤ ਸਿੰਘ, ਅੱਜ ਸਮਾਂ ਹੋ ਗਿਆ ਏ, ਹੁਣ ਕਿਸੇ ਦਿਨ ਦੂਜਾ ਡਾਕਟਰ ਆਪਰੇਸ਼ਨ ਕਰੇਗਾ। ਮੈਂ ਇੱਥੇ ਨਹੀਂ ਰਹਿਣਾ। ਉਹ ਵੀ ਬੜਾ ਹਮਦਰਦ ਤੇ ਤਜਰਬੇਕਾਰ ਏ। ਘਾਬਰ ਨਾ, ਮੈਂ ਅਮਰੀਕਾ ਜਾ ਰਿਹਾ ਹਾਂ। ਮਨ ਵਿੱਚ ਬੜਾ ਨਿਰਾਸ਼ ਹੋਇਆ, ਮਗਰ ਮੁੜ ਸਤਿਗੁਰਾਂ ਦੇ ਨੇ ਅੰਦਰ ਆ ਹੱਥ ਰੱਖਿਆ ਤੇ ਹੌਸਲਾ ਕਰ ਖਿਆਲੇ ਚਲਾ ਗਿਆ। ਉੱਥੇ ਜਾ ਕੇ ਆਪਣੀ ਸਾਲੀ ਬੀਬੀ ਲਖਬੀਰ ਨੂੰ ਵਾਰਤਾ ਦੱਸੀ। ਉਸ ਕਿਹਾ, ਇਹ ਵੀ ਚੰਗਾ ਹੋਇਆ, ਸਤਿਗੁਰਾਂ ਨੇ ਸਾਰਾ ਸਾਂਗ ਆਪ ਵਰਤਾਇਆ ਹੈ। ਅੱਗੇ ਡਾਕਟਰਾਂ ਪਾਸੋਂ ਖੁੱਲ੍ਹ ਨਹੀਂ ਲੁਹਾ ਵੇਖੀ। ਅੰਮ੍ਰਿਤਸਰ ਪਹਿਲਵਾਨ ਬਿੱਲਾ ਏ, ਉਹ ਹੱਡੀਆਂ ਜੋੜਨ ਦਾ ਮੰਨਿਆ ਪ੍ਰਮੰਨਿਆ ਉਸਤਾਦ ਏ, ਤੂੰ ਉਹਨੂੰ ਵਿਖਾ। ਡਾਕਟਰਾਂ ਦੀ ਆਸ ਲਾ ਛੱਡ। ਅਗਲੇ ਦਿਨ ਦੋਵੇਂ ਪਿਓ ਪੁੱਤਰ ਅੰਮ੍ਰਿਤਸਰ ਬਿੱਲੇ ਕੋਲ ਪਹੁੰਚੇ। ਉਹ ਸਾਰਾ ਟੋਇਆ ਟਾਇਆ ਤੇ 15 ਦਿਨ ਵਾਸਤੇ ਮਾਲਿਸ਼ ਦਾ ਤੇਲ ਦਿੱਤਾ। ਸਤਿਗੁਰਾਂ ਦਾ ਨਾਮ ਲੈ ਮਾਲਿਸ਼ ਸ਼ੁਰੂ ਕੀਤੀ। ਦਰਦ ਘਟ ਗਈ। ਜਦ ਉਸ ਨੂੰ ਮੁੜ ਜਾ ਕੇ ਵਿਖਾਇਆ ਤਾਂ ਉਸ ਲੱਕ ਉੱਪਰ ਚੜ੍ਹ ਹੱਡੀ ਥਾਂ ਸਿਰ ਕਰ ਦਿੱਤੀ ਤੇ ਉੱਪਰ ਠੀਕਰੀ ਰੱਖ ਪੱਟੀ ਬੰਨ੍ਹ ਦਿੱਤੀ। ਮਹੀਨੇ ਪਿੱਛੋਂ ਪੱਟੀ ਖੋਲ੍ਹ ਦਿੱਤੀ ਤੇ ਬਿੱਲੇ ਨੂੰ ਵਿਖਾਇਆ। ਉਸ ਕਿਹਾ, ਭਾਈਆ, ਆਪਣੇ ਗੁਰੂ ਦੀ ਸ਼ਰਨ ਪੈ ਜਾ, ਜਿਸ ਮਿਹਰ ਕੀਤੀ ਆ। ਮੇਰਾ ਤਾਂ ਬਹਾਨਾ ਹੀ ਆ, ਜਗ੍ਹਾ ਕੁੱਥਾਂ ਸੀ। ਹੱਡੀ ਦਾ ਜੁੜਨਾ ਬੜਾ ਹੀ ਕਠਨ ਸੀ। ਕਿਸੇ ਵੇਲੇ ਦਾ ਬੀਜਿਆ ਤੈਨੂੰ ਫਲ ਮਿਲਿਆ ਏ। ਮੈਂ ਪੱਟੀ ਖੁੱਲ੍ਹਾ ਘਰ ਮੁੜਿਆ, ਸਭਨਾਂ ਵਧਾਈਆਂ ਦਿੱਤੀਆਂ। ਅੰਦਰ ਭਾਨ ਪਵੇ ਕਿ ਸਿੱਧਾ ਹੋ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਨਹੀਂ ਹੋਇਆ ਤੇ ਖਿਮਾ ਨਹੀਂ ਮੰਗੀ। ਸੂਰਜ ਚੜ੍ਹਦਾ ਰਿਹਾ, ਡੁੱਬਦਾ ਰਿਹਾ। ਸਰਦੀਆਂ ਆਈਆਂ, ਲੰਘ ਗਈਆਂ। ਗਰਮੀਆਂ ਆਈਆਂ, ਉਹ ਵੀ ਲੰਘ ਗਈਆਂ। ਪਰ ਮਨ ਬੇਸ਼ਰਮੀ ਦੇ ਘੁੰਡ ਪਿੱਛੇ ਵੇੜਿਆ ਰਿਹਾ। 1973 ਵਿੱਚ ਨਾਮਧਾਰੀ ਕਾਟਨ ਮਿਲਜ਼ ਸ਼ੁਰੂ ਹੋਈ। ਮੈਂ ਪਿੰਡਾਂ ਵਿੱਚੋਂ ਕਪਾਹ ਲਿਆ ਕੇ ਸੌਦੇ ਕਰਦਾ। ਮੇਰਾ ਕੰਮ ਚੰਗਾ ਰਿੜ ਪਿਆ। ਫੈਕਟਰੀ 1975 ਵਿੱਚ ਸੇਠ ਮਹਿੰਦਰ ਸਿੰਘ ਦੇ ਪ੍ਰਬੰਧ ਹੇਠਾਂ ਆ ਗਈ। ਉਸ ਮੇਰਾ ਕੰਮ ਜਾਚਿਆ ਤੇ ਮਿੱਲ ਦੀ ਸੇਵਾ ਵਾਸਤੇ ਪ੍ਰੇਰਨਾ ਦਿੱਤੀ। ਮੈਂ ਰਾਜੀ ਹੋ ਗਿਆ। ਪਰ ਮਾਸਟਰ ਜੀਓ, ਮੈਨੂੰ ਨੌਕਰੀ ਦੀ ਇਤਨੀ ਖੁਸ਼ੀ ਨਹੀਂ ਸੀ ਹੋਈ ਜਿੰਨੀ ਸੇਠ ਮਹਿੰਦਰ ਸਿੰਘ ਦੇ ਮੇਲ ਮਿਲਾਪ ਕਾਰਨ। ਉਹ ਮੇਰਾ ਮਿੱਤਰ ਬਣ ਗਿਆ। ਉਹ ਮੇਰਾ ਸਲਾਹਕਾਰ। ਉਹ ਮੇਰੇ ਦਿਲ ਦੀਆਂ ਲੈਂਦਾ ਤੇ ਦਿਲ ਦੀਆਂ ਦੇਂਦਾ। ਉਸ ਦੀ ਕੰਡ ਸੁਣਦੀ ਏ। ਉਹ ਗੁਰਸਿੱਖਾਂ ਵਿੱਚੋਂ ਗੁਰਸਿੱਖ, ਭਰਾਵਾਂ ਵਿੱਚੋਂ ਭਰਾ ਤੇ ਮਿੱਤਰਾਂ ਵਿੱਚੋਂ ਮਿੱਤਰ ਸੀ। ਜਦ ਮੈਂ ਉਸ ਨੂੰ ਹੱਡ-ਬੀਤੀ ਸੁਣਾਈ ਤਾਂ ਉਸ ਕਿਹਾ, ਅਜੀਤ ਸਿੰਘਾ, ਲੀਲ ਪੋ ਨਾ ਕਰ। ਸਤਿਗੁਰਾਂ ਪਾਸੋਂ ਭੁੱਲ ਬਖਸ਼ਾ। ਬਖਸ਼ਿਸ਼ ਬਿਨਾਂ ਕੌਡੀਆਂ ਵਿਹਾਜਣ ਵਾਲੀ ਗੱਲ ਏ। ਤੂੰ 100 ਬਾਣੀ ਪੜ੍ਹੇ, ਮਾਲਾ ਵੀ ਫੇਰੇ, ਪਰ ਫਲੀਭੂਤ ਤਾਂ ਹੀ ਹੋਊਗਾ ਜਦ ਸਤਿਗੁਰ ਜੀ ਪਾਸੋਂ ਬਖਸ਼ਬੰਦੀ ਕਰਵਾ ਲਏਗਾ। ਭਾਵੇਂ ਗੁਰੂ ਨਾਨਕ ਦੇਵ ਦੀ 78 ਫੇਰੇ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸੇ ਕਰੇ, ਪਰ ਜਦ ਤੱਕ ਸਮੇਂ ਦੇ ਮਾਲਿਕ ਸਤਿਗੁਰੂ ਜਗਜੀਤ ਸਿੰਘ ਤੋਂ ਬਖਸ਼ਬੰਦੀ ਨਹੀਂ ਕਰਾਂਦਾ, ਸਾਰੀ ਭਜਨ ਬੰਦਗੀ ਰੇਤੇ ਵਿੱਚ ਪਾਣੀ ਛਿੜਕਣ ਵਾਲੀ ਗੱਲ ਏ। ਤੂੰ ਸਿੱਧਾ ਹੋ ਕੇ ਸਤਿਗੁਰਾਂ ਦੇ ਚਰਨਾਂ ਨੂੰ ਜਾ ਫੜ। ਪਰ ਸੇਠ ਜੀ, ਮੈਨੂੰ ਤਾਂ ਡਰ ਲੱਗਦਾ ਹੈ। ਜਦ ਕੁਕਰਮਾਂ ਦੇ ਬਚਨਾਂ ਨਾਲ ਸੂਰਜ ਢੱਕਿਆ ਜਾਂਦਾ ਏ ਤਾਂ ਰਾਹ ਨਹੀਂ ਲੱਭਦਾ। ਤੀਵੇਂ ਮੈਂ ਸੋਚਦਾ ਹਾਂ, ਕੀ ਕਰਾਂ, ਕਿੱਧਰ ਜਾਵਾਂ। ਤੂੰ ਘਬਰਾ ਨਾ। ਜਦ ਸਿੱਖ ਬਖਸ਼ਬੰਦੀ ਵਾਸਤੇ ਮਨੋਂ ਤਿਆਰ ਹੋ ਕੇ ਗੁਰੂ ਵੱਲ ਪੈਰ ਪੁੱਟਦਾ ਹੈ ਤਾਂ ਅੱਧੀ ਬਖਸ਼ਿਸ਼ ਬੰਦੀ ਪਹਿਲਾਂ ਹੀ ਮਿਲ ਜਾਂਦੀ ਹੈ
ਤੇ ਅੱਧੀ ਦਰਬਾਰ ਵਿੱਚ ਹਾਜ਼ਰ ਹੋ ਕੇ ਖੜੇ ਹੋਣ ਨਾਲ ਮਿਲਦੀ ਏ। ਮਨ ਨੂੰ ਤਗੜਾ ਕਰ, ਗੀਟੀਆਂ ਨਾ ਗਿਣ। ਦੇਵਨੇਤ ਸ਼੍ਰੀ ਜੀਵਨ ਨਗਰ ਸਥਾਪਨਾ ਦਿਵਸ ਦਾ ਮੇਲਾ ਆ ਗਿਆ। ਖੂਬ ਰੌਣਕਾਂ ਦੀਆਂ ਤਿਆਰੀਆਂ ਹੋਈਆਂ। ਰੱਬੀ ਬਾਣੀ ਤੇ ਸ਼ਬਦ ਕੀਰਤਨ ਦੀ ਬਰਖਾ ਹੋਈ। ਧੂਲ ਮਿੱਟੀ ਨਾਲ ਲਿਬੜੇ ਜੰਡ ਕਰੀਰ ਨਾਤੇ ਧੋਤੇ ਗਏ। ਮੈਂ ਵੀ ਦੀਵਾਨ ਵਿੱਚ ਜਾ ਹਾਜ਼ਰ ਹੋਇਆ ਤੇ ਜੋਦੜੀ ਕੀਤੀ। ਜਿਉਂ ਜਾਨੂ ਤਿਉਂ ਰਾਖ ਹਰ ਪ੍ਰਭ ਤੇਰਿਆ, ਕੀਤੀ ਗਨੂ ਅਸੰਖ ਅਵਗੁਣ ਮੇਰਿਆ। ਇਹ ਜੋਦੜੀ ਸੁਣ ਸਤਿਗੁਰੂ ਜੀ ਤਰੁੱਠ ਪਏ ਤੇ ਬਚਨ ਕੀਤਾ, ਅਜੀਤ ਸਿਆਂ ਜ਼ਮੀਨ ਦਾ ਕਬਜ਼ਾ ਤੈਨੂੰ ਛੱਡਣਾ ਪਵੇਗਾ। ਸਤ ਬਚਨ ਜੀ ਮੈਂ ਛੱਡੀ। ਕੋਲ ਹੀ ਮਹਾਰਾਜ ਵੀਰ ਸਿੰਘ ਜੀ ਬੈਠੇ ਸਨ। ਉਹਨਾਂ ਕਿਹਾ, ਰਿਸ਼ਤੇ ਬਾਰੇ ਕਿਵੇਂ? ਸਤਿਗੁਰੂ ਜੀ ਮੇਰਾ ਵਿੱਚ ਸਨ। ਉਹਨਾਂ ਬਚਨ ਕੀਤਾ, ਉਹ ਵੀ ਛੱਡ ਦੇਵਾਂਗਾ। ਬਿਲਕੁਲ ਠੀਕ ਸੱਚੇ ਪਾਤਸ਼ਾਹੋ, ਅੱਜ ਤੋਂ ਉੱਧਰੋਂ ਵੀ ਰਿਸ਼ਤਾ ਤੋੜਿਆ। ਬਸ ਜਾ ਬੈਠ, ਮਾਲਾ ਫੇਰ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਕਿ ਅੱਗੋਂ ਤੋਂ ਮਨ ਡੋਲਾ ਨਾ ਖਾਏ। ਮੈਂ ਚਰਨਾਂ 'ਤੇ ਸਤਿਗੁਰੂ ਜੀ ਦੇ ਢਹਿ ਪਿਆ, ਅਥਰੂਆਂ ਨਾਲ ਚਰਨ ਧੋਤੇ। ਸਤਿਗੁਰੂ ਜੀ ਨੇ ਥਾਪੜਾ ਦਿੱਤਾ ਤੇ ਮੈਂ ਆਪਣੀ ਜਗ੍ਹਾ 'ਤੇ ਅੱਖਾਂ ਪੂੰਝਦਾ ਬਹਿ ਗਿਆ ਤੇ ਧੰਨ ਭਾਗ ਜਾਣੇ। ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਉਹਨਾਂ ਦੇ ਚਰਨਾਂ ਵਿੱਚ ਅਨੇਕਾਂ ਵਾਰੀ ਨਮਸਕਾਰ ਹੈ।